ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਮੂਕ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਸਾਹਿਬ ਜੀ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁਝੈ, ਤਾ ਹਉਮੈ ਕਹਿ ਨ ਕੋਏ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਸਾਜੀ ਨਵਾਜੇ, ਗੁਰੂ ਪਿਆਰੇ, ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀਓ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਵਿਚਾਰ ਆਰੰਭ ਹੋਈ ਹੈ। ਆਓ ਆਪਾਂ ਪਹਿਲੀ ਪੌੜੀ ਦੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਜੋ ਸ੍ਰੀ ਜਪਜੀ ਸਾਹਿਬ ਜੀ ਮੂਲ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਸੋ ਉਸ ਪਾਵਨ ਬਾਣੀ ਦੀ ਦੂਸਰੀ ਪੌੜੀ ਦੀ ਵਿਚਾਰ ਆਰੰਭ ਕਰੀਏ। ਪਹਿਲੀ ਪੌੜੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ ਸੀ ਵੀ ਸਰੀਰ ਦੀ ਪਵਿੱਤਰਤਾ ਰੱਖਣ ਦੇ ਨਾਲ, ਮੌਨ ਰੱਖਣ ਦੇ ਨਾਲ, ਸਿਆਣਪਾਂ ਕਰਨ ਦੇ ਨਾਲ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਉਸ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਸ ਵਾਹਿਗੁਰੂ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਣ ਕਰਕੇ ਹੀ ਉਸ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਤੇ ਅੱਗੇ ਸਿੱਧਾ ਨੇ ਫਿਰ ਗੁਰੂ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ਵੀ ਮਹਾਰਾਜ ਫਿਰ ਉਹਦੇ ਹੁਕਮ ਦਾ ਕਥਨ ਕਰੋ ਵੀ ਕਿਹੋ ਜਿਹਾ ਜਾਂ ਕਿੰਨਾ ਕੁ ਵੱਡਾ ਹੈ ਹੁਕਮ। ਸਿੱਧਾਂ ਦੀ ਇਹ ਚਲਾਕੀ ਸੀ ਵੀ ਜਦੋਂ ਹੁਕਮ ਦਾ ਕਥਨ ਕਰਨਗੇ ਤਾਂ ਹੁਕਮੀ ਆਪ ਹੀ ਕਥਨ ਹੋ ਜਾਵੇਗਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ
ਫਿਰ ਫਰਮਾਨ ਕੀਤਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਸਿੱਧੋ, ਉਸ ਹੁਕਮ ਆਗਿਆ ਕਰਨ ਵਾਲੇ ਪਰਮੇਸ਼ਰ ਦਾ ਕਹਿਆ ਕਥਨ ਨਹੀਂ ਕੀਤਾ ਜਾਂਦਾ, ਕਿਉਂਕਿ ਉਹ ਅਕਥ ਹੈ, ਕਥਨੀ ਦਾ ਵਿਸ਼ਾ ਨਹੀਂ। ਸਿੱਧਾ ਨੇ ਪੁੱਛਿਆ ਵੀ ਕਿਵੇਂ ਜਾਣਿਆ ਜਾਵੇ? ਹੁਕਮੀ ਅਤੇ ਹੁਕਮ ਦੋਵੇਂ ਹੀ ਆਪ ਜੀ ਨੇ ਅਕਥ ਕਹਿ ਦਿੱਤੇ। ਜਿੰਨਾ ਕੋ ਕਥਨ ਵਿੱਚ ਆ ਸਕਦਾ ਓਨਾ ਹੀ ਤੁਸੀਂ ਕਥਨ ਕਰਨਾ ਕਰੋ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਉੱਤਰ ਦਿੰਦੇ ਨੇ, ਕਹਿੰਦੇ ਆਕਾਰ, ਆਕਾਰ, ਆ ਤੋਂ ਵਿਸ਼ਨੂੰ, ਕੱਕੇ ਤੋਂ ਕਰਤਾ ਬ੍ਰਹਮਾ ਤੇ ਰਾਰੇ ਤੋਂ ਰੁਦਰ ਸ਼ਿਵ ਜੀ, ਅਤੇ ਇਹਨਾਂ ਦੀਆਂ ਪੁਰੀਆਂ ਉਸ ਹੁਕਮੀ ਦੇ ਹੁਕਮ ਦੇ ਵਿੱਚ ਹੋਈਆਂ ਨੇ। ਜਿੰਨੇ ਆਕਾਰ ਹੋਂਦ ਦੇ ਵਿੱਚ ਆਏ ਨੇ, ਜਿੰਨੀਆਂ ਵੀ ਸਾਨੂੰ ਆ ਅੱਖਾਂ ਦੇ ਨਾਲ ਜੋ ਕੁਝ ਦਿਸ ਰਿਹਾ ਹੈ, ਚਾਰੇ ਖਾਣੀਆਂ, ਅੰਡਜ, ਜੇਰਜ, ਸੇਤਜ, ਉਤਪੁਜ, ਇਹ ਸਾਰਾ ਕੁਝ ਜੋ ਕੁਝ ਦਿਸ ਰਿਹਾ ਹੈ, ਚਾਰੇ ਖਾਣੀਆਂ, ਤੇ ਸਤਿਗੁਰੂ ਜੀ ਕਹਿੰਦੇ ਦਿਵਯੋਪਾਤ ਖਾਣੀਆਂ ਉਹ ਨੇ ਜਿਨ੍ਹਾਂ ਤੋਂ ਦੇਵਤਿਆਂ ਦੀਆਂ ਦੇਹਾਂ ਬਣਦੀਆਂ ਨੇ, ਕਿਉਂਕਿ ਦੇਵਤਿਆਂ ਦੀਆਂ ਖਾਣੀਆਂ ਇਹਨਾਂ ਚਾਰ ਖਾਣੀਆਂ ਦੇ ਵਿੱਚ ਨਹੀਂ, ਜਿਹਦੇ ਬਾਬਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਥਨ ਵਚਨ ਆਉਂਦੇ ਨੇ, ਕੇਤੀਆ ਖਾਣੀ ਕੇਤੀਆ ਬਾਣੀ ਦੇ ਸੂਖਮ ਬ੍ਰਹਮਾ ਦੇਵਤੇ ਤੇ ਅਸਥੂਲ ਜਿੰਨੇ ਸ੍ਰਿਸ਼ਟੀ ਦੇ ਆਕਾਰ ਬਣਾਏ ਨੇ, ਤੇ ਇਹ ਸਾਰੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋਏ ਹਨ ਜੀ। ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ। ਕਹਿੰਦੇ ਹੁਕਮੀ ਵਾਹਿਗੁਰੂ ਦੇ ਹੁਕਮ ਦੁਆਰਾ ਹੀ ਸਾਰੇ ਪ੍ਰਕਾਰ ਦੇ ਸੂਖਮ ਤੇ ਸਥੂਲ ਆਦਿਕ ਜੀਵ ਪੈਦਾ ਹੋਵਣ ਹੁੰਦੇ ਹਨ, ਤੇ ਉਹਦੇ ਹੁਕਮ ਨਾਲ ਹੀ ਜੀਵਾਂ ਨੂੰ ਵਡਿਆਈ ਸੋਭਾ ਮਿਲਦੀ ਹੈ। ਭਾਵ ਮਨੁੱਖ ਸਰੀਰ ਪਰਮੇਸ਼ਰ ਦੀ ਚੇਤਨ ਸੱਤਾ ਦੁਆਰਾ ਮਾਤਾ ਦੇ ਉਦਰ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਆਉਂਦਾ, ਤੇ 6 ਮਹੀਨਿਆਂ ਵਿੱਚ ਜੀਵ ਦੇ ਅੰਗ ਪ੍ਰਤੰਗ ਬਣਦੇ ਰਹਿੰਦੇ ਨੇ, ਤੇ ਉਸ ਵੇਲੇ ਜੀਵ ਨੂੰ ਪਿਛਲੇ 100 ਜਨਮਾਂ ਦਾ ਗਿਆਨ ਹੁੰਦਾ, ਅਤੇ ਪਰਾਬਾਣੀ ਦੁਆਰਾ ਪਰਮੇਸ਼ਰ ਦਾ ਜਾਪ ਕਰਦਾ ਰਹਿੰਦਾ, ਜਿਸ ਕਰਕੇ ਗਰਭ ਦੀ ਅਗਨੀ ਜੀਵ ਨੂੰ ਸਾੜ ਨਹੀਂ ਸਕਦੀ। ਹੁਕਮੀ ਪਰਮਾਤਮਾ ਦੇ ਹੁਕਮ ਦੁਆਰਾ ਹੀ ਤਿਆਰ ਹੋਏ ਸਰੀਰਾਂ ਦੇ ਵਿੱਚ ਜੀਵ ਪੈਦਾ ਹੁੰਦੇ ਨੇ, ਤੇ ਉਸ ਵਾਹਿਗੁਰੂ ਦੇ ਹੁਕਮ ਨਾਲ ਜਿਹੜੇ ਪਿਛਲੇ ਨਿਸ਼ਕਾਮ ਕਰਮ ਕੀਤੇ ਨੇ, ਉਹਨਾਂ ਅਨੁਸਾਰ ਜੀਵ ਨੂੰ ਫਿਰ ਵਡਿਆਈ ਮਿਲਦੀ ਹੈ, ਤੇ ਵਾਹਿਗੁਰੂ ਦੇ ਹੁਕਮ ਵਿੱਚ ਚੱਲਣ ਕਰਕੇ ਇਹਨਾਂ ਨੂੰ ਪੂਰਬਲੇ ਪੁੰਨ ਪ੍ਰਤਾਪ ਕਰਕੇ ਹੀ ਵਡਿਆਈ ਮਿਲਦੀ ਹੈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈ ਹੈ। ਉਸ ਵਾਹਿਗੁਰੂ ਦੇ ਹੁਕਮ ਵਿੱਚ ਹੀ ਉੱਤਮ ਨਿਸ਼ਕਾਮ ਕਰਮ ਕਰਨ ਵਾਲੇ ਹਨ, ਅਤੇ ਨੀਚ ਨਖਿੱਧ ਮੰਦ ਕਰਮ ਕਰਨ ਵਾਲੇ ਵੀ ਉਸ ਵਾਹਿਗੁਰੂ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਹਨ। ਹੁਕਮ ਅੰਦਰ ਹੀ ਉੱਤਮ ਤੋਂ ਨੀਚ ਤੇ ਨੀਚਾਂ ਤੋਂ ਉੱਤਮ ਹੁੰਦੇ ਨੇ। ਸਾਤਕੀ ਉੱਤਮ, ਰਾਜਸੀ ਮੱਧਮ, ਤਾਮਸੀ ਨੀਚ ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਨੇ। ਭਾਵ ਕਹਿੰਦੇ ਜਿਵੇਂ ਬਾਦਸ਼ਾਹ ਦੀ ਪਰਜਾ ਹੁੰਦੀ ਹੈ, ਭਾਵੇਂ ਮੰਤਰੀ ਹਨ, ਭਾਵੇਂ ਅਮੀਰ ਹਨ, ਭਾਵੇਂ ਭੰਗੀ ਆਦਿਕ, ਸਾਰੇ ਉਹਦੇ ਹੁਕਮ ਦੇ ਵਿੱਚ ਹੀ ਹੁੰਦੇ ਹਨ, ਤੇ ਇਸੇ ਕਰਕੇ ਕਹਿੰਦੇ ਇਹ ਸਭ ਵਾਹਿਗੁਰੂ ਦੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਹੈ। ਕਹਿੰਦੇ ਸ੍ਰੀਮਦ ਭਾਗਵਤ ਪੁਰਾਣ ਦੇ ਵਿੱਚ ਇੱਕ ਕਥਾ ਲਿਖੀ ਹੈ, ਜੋ ਸ੍ਰੀਮਾਨ ਸੰਤ ਗਿਆਨੀ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਨੇ ਜੋ ਸਟੀਕ ਲਿਖਿਆ, ਉਹਦੇ ਵਿੱਚ ਇਹ ਕਥਾ ਲਿਖੀ ਗਈ ਹੈ। ਕਹਿੰਦੇ ਇੱਕ ਅੰਗ ਨਾਮੀ ਧਰਮਾਤਮਾ ਰਾਜਾ ਸੀ, ਜਿਨੇ ਉੱਤਮ ਪਦ ਦੀ ਪ੍ਰਾਪਤੀ ਕਰਕੇ ਪਰਜਾ ਨੂੰ ਧਰਮ ਦੇ ਰਾਹ ਤੇ ਤੋਰਿਆ, ਤੇ ਸਾਰੇ ਪ੍ਰਕਾਰ ਦੇ ਸੁੱਖ ਦਿੱਤੇ,
ਪਰ ਪਰਮੇਸ਼ਰ ਦੀ ਐਸੀ ਕਿਰਪਾ ਹੋਈ, ਕਹਿੰਦੇ ਇਸੇ ਧਰਮੀ ਰਾਜੇ ਦੇ ਘਰ ਦੇ ਵਿੱਚ ਇੱਕ ਬੇਨੂ ਨਾਮੀ ਪੁੱਤਰ ਪੈਦਾ ਹੋ ਗਿਆ। ਉਹਦੇ ਪੈਦਾ ਹੋਣ ਤੋਂ ਥੋੜ੍ਹੇ ਸਮੇਂ ਬਾਅਦ ਕਹਿੰਦੇ ਰਾਜੇ ਦੀ ਮੌਤ ਹੋ ਗਈ, ਤੇ ਪਿਓ ਦੀ ਮੌਤ ਮਗਰੋਂ ਰਾਜਾ ਬੇਨੂ ਨੂੰ ਰਾਜਗੱਦੀ 'ਤੇ ਬਿਠਾ ਦਿੱਤਾ ਗਿਆ। ਕਹਿੰਦੇ ਫਿਰ ਉਹਨੇ ਆਪਣੀ ਮਰਜ਼ੀ ਤੇ ਆਪਣੀ ਪ੍ਰਜਾ ਨੂੰ ਹੁਕਮ ਦੇ ਦਿੱਤਾ ਤੇ ਆਪਣੀ ਮਰਜ਼ੀ ਕੀਤੀ ਵੀ ਤੁਸੀਂ ਸਾਰੇ ਮੇਰਾ ਹੀ ਨਾਮ ਜਪੋ, ਭਜਨ ਕਰੋ ਤੇ ਮੈਨੂੰ ਹੀ ਪਰਮੇਸ਼ਰ ਜਾਣੋ ਤੇ ਮੈਂ ਹੀ ਪ੍ਰਮਾਤਮਾ ਹਾਂ। ਇਸ ਤਰ੍ਹਾਂ ਉਹਨੇ ਹੰਕਾਰ ਕਰਕੇ ਨੀਚ ਗਤੀ ਨੂੰ ਪ੍ਰਾਪਤ ਹੋ ਗਿਆ। ਕਿਉਂਕਿ ਕਈ ਵਾਰੀ ਜਦੋਂ ਸਾਡੇ ਕੋਲ ਕੋਈ ਅਹੁਦਾ ਹੋ ਜਾਵੇ, ਫਿਰ ਉਹ ਹੰਕਾਰ ਜਿਹੜਾ ਹੁੰਦਾ ਉਹ ਸੁਭਾਵਿਕ ਹੀ ਆ ਜਾਂਦਾ ਹੈ, ਤੇ ਸਾਰੀ ਪ੍ਰਜਾ ਧਰਮ ਤੋਂ ਵਿਹੂਣੀ ਕਰ ਦਿੱਤੀ ਉਸ ਬੇਨੂ ਰਾਜੇ ਨੇ। ਅਤੇ ਅੰਤ ਨੂੰ ਕਹਿੰਦੇ ਰਿਖੀਆਂ ਦੇ ਸਰਾਪ ਕਰਕੇ ਫਿਰ ਉਹਦੀ ਮੌਤ ਹੋ ਗਈ। ਤੇ ਮੌਤ ਜਦੋਂ ਉਹਨੂੰ ਹੋਈ, ਫਿਰ ਰੱਬੀ ਹੁਕਮ ਦੇ ਅਨੁਸਾਰ ਕੋਈ ਜੀਵ ਰਾਜੇ ਅੰਗ ਵਾਂਗੂ ਉੱਤਮ ਬਣਨ ਦੀ ਕੋਸ਼ਿਸ਼ ਕਰਦੇ ਆ, ਤੇ ਕਈ ਨੀਚ ਬਣ ਜਾਂਦੇ ਨੇ। ਜਿਵੇਂ ਰਾਜਾ ਬੇਨੂ ਉਹ ਨੀਚ ਬਣ ਗਿਆ ਸੀ, ਕਿਉਂਕਿ ਕਰਮਾਂ ਦੇ ਨਾਲ ਹੀ ਜੀਵ ਉੱਤਮ ਬਣ ਜਾਂਦਾ ਹੈ, ਤੇ ਕਰਮਾਂ ਦੇ ਨਾਲ ਹੀ ਰਾਜੇ ਬੇਨੂ ਵਾਂਗੂ ਨੀਚ ਬਣ ਜਾਂਦਾ ਹੈ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈ ਹੈ। ਇਕ ਨਾ ਇਹ ਬਹੁਵਚਨ ਹੈ। ਕਈਆਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਬ੍ਰਹਮ ਵਿਦਿਆ ਦੀ ਪ੍ਰਾਪਤੀ ਹੁੰਦੀ ਹੈ, ਨਾਮ ਦੀ ਪ੍ਰਾਪਤੀ ਹੁੰਦੀ ਹੈ, ਤੇ ਨਾਮ ਦੀ ਪ੍ਰਾਪਤੀ ਰੂਪ ਬਖਸ਼ਿਸ਼ ਕਈਆਂ ਨੂੰ ਪ੍ਰਾਪਤ ਹੋ ਜਾਂਦੀ ਹੈ। ਜਿਹੜੇ ਇੱਕ ਪਰਮੇਸ਼ਰ ਦੀ ਬਖਸ਼ਿਸ਼ ਤੋਂ ਖਾਲੀ ਵਾਸਨਾ ਦੇ ਵਿੱਚ ਜੁੜੇ ਹੁੰਦੇ ਨੇ, ਉਹਨਾਂ ਨੂੰ ਇੱਕ ਹੁਕਮੀ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਦਾ, ਫਿਰ ਉਹ 84 ਲੱਖ ਜੂਨੀਆਂ ਦੇ ਵਿੱਚ ਭਵਾਈ ਹੈ, ਚੱਕਰ ਕੱਟਦੇ ਰਹਿੰਦੇ ਨੇ। ਭਾਵ ਅਨੇਕਾਂ ਜੂਨਾਂ ਦੇ ਵਿੱਚ ਜੰਮਦੇ ਮਰਦੇ ਰਹਿੰਦੇ ਨੇ। ਕਿਤੇ ਕਿਸੇ ਜੂਨ ਦੇ ਵਿੱਚ ਚਲੇ ਗਏ, ਕਿਤੇ ਕਿਸੇ ਜੂਨ ਦੇ ਵਿੱਚ ਚਲੇ ਗਏ। ਇਸ ਤਰ੍ਹਾਂ ਕਰਕੇ ਉਹ ਭਵਾਈ ਹੈ, ਭੌਂਦੇ ਫਿਰਦੇ ਹਨ। ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਸ ਪ੍ਰਕਾਰ ਜਾਣੋ ਕਿ ਸਭ ਕੋ, ਕੋਈ ਸੰਸਾਰ ਅੰਦਰ ਪਰਮੇਸ਼ਰ ਦੇ ਹੁਕਮ ਹੈ, ਹੁਕਮ ਅੰਦਰ ਵਿੱਚ ਹੀ ਹੈ। ਉਸ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਭਾਵ ਸਾਰੇ ਜੀਵ ਪਤੰਤਰ ਹਨ, ਸੁਤੰਤਰ ਕੋਈ ਵੀ ਨਹੀਂ। ਆਪਾਂ ਜਿੰਨੇ ਵੀ ਹਾਂ ਸਾਰੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹਾਂ। ਨਾਨਕ ਹੁਕਮ ਜੇ ਬੁੱਝੈ, ਤਾ ਹਉਮੈ ਕਹੈ ਨ ਕੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਪੌੜੀ ਦੀ ਸਮਾਪਤੀ ਕਰਦੇ ਹੋਏ ਕਹਿੰਦੇ ਨੇ, ਇਸ ਲਈ ਨਾਨਕ ਪਦ ਦੀ ਮੋਹਰ ਲਾਈ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਜੇ ਜੀਵ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੁਕਮੀ ਬੰਦਾ ਬਣ ਕੇ ਆਪਣੇ ਸਤਿਗੁਰੂ ਦੇ ਹੁਕਮ ਨੂੰ ਬੁੱਝੈ, ਇਹ ਪਾਠ ਬੁੱਝੈ ਕਰਨਾ ਅਧਿਕ ਲਾ ਕੇ, ਨਾਨਕ ਹੁਕਮ ਹੈ ਜੇ ਬੁੱਝੈ। ਕਹਿੰਦੇ ਜੇ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਸਮਝ ਲਵੇ, ਕਹਿੰਦੇ ਜਿਵੇਂ ਇੱਕ ਗਾਥਾ ਆਉਂਦੀ ਆ ਕਿ ਹੁਕਮ ਦੇ ਝੜਕੇ ਤੇ ਮੀਂਹ ਦੇ ਤਿਲਕੇ ਦਾ ਗੁੱਸਾ ਨਹੀਂ ਕਰੀਦਾ। ਇਸ ਤਰ੍ਹਾਂ ਪਰਮੇਸ਼ਰ ਦਾ ਹੁਕਮ ਜਾਣ ਕੇ ਖੁਸ਼ ਰਹੇ, ਤੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਜੀਵ ਨੇ ਇਸ ਗੱਲ ਨੂੰ ਸਤਿਗੁਰਾਂ ਦੇ ਦੁਆਰਾ ਬੁੱਝੇ ਸਮਝ ਲਵੇ, ਤਾਂ ਫਿਰ ਹੰਗਤਾ ਮਮਤਾ ਹੰਕਾਰ ਜਿਹੜਾ ਹੈ, ਤੇ ਹੰਗਤਾ ਮਮਤਾ ਦਾ ਬਚਨ ਕੋਈ ਵੀ ਨਹੀਂ ਕਹਿ ਸਕਦਾ। ਉਹ ਨਿਮਰਤਾ ਦੇ ਵਿੱਚ ਆ ਜਾਵੇਗਾ। ਅੰਦਰੋਂ ਹੰਕਾਰ ਜਿਹੜਾ ਹੈ ਉਹ ਟੁੱਟ ਜਾਂਦਾ ਹੈ, ਤੇ ਸਤਿਗੁਰਾਂ ਦੇ ਆਗਿਆ ਦੇ ਵਿੱਚ ਚੱਲਦਾ ਹੈ। ਤੇ ਜਦੋਂ ਕੋਈ ਫਿਰ ਘਟਨਾ ਵਾਪਰ ਜੇ, ਉਸ ਸਮੇਂ ਵੀ ਆਮ ਹੀ ਕਹਿ ਦਿੰਦੇ ਨੇ ਕਿ ਰੱਬ ਦਾ ਭਾਣਾ ਵਰਤ ਗਿਆ, ਜਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋ ਗਿਆ। ਜਦ ਆਪਣੀ ਵਾਰੀ ਆਉਂਦੀ ਆ, ਭਾਵ ਆਪਣੇ ਤੇ ਕੋਈ ਘਟਨਾ ਘਟਦੀ ਆ, ਫਿਰ ਕਹਿੰਦੇ ਆ ਕਿ ਬਹੁਤ ਕਹਿਰ ਹੋ ਗਿਆ।
ਸੋ ਇਸ ਪ੍ਰਕਾਰ ਹੁਕਮ ਅਨੁਸਾਰ ਚੱਲਣਾ ਬਹੁਤ ਮੁਸ਼ਕਲ ਹੈ, ਪਰ ਜਿਹੜਾ ਉਸ ਵਾਹਿਗੁਰੂ ਦੇ ਹੁਕਮ ਨੂੰ ਸਮਝ ਲਵੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲ ਪਵੇ, ਉਹਦੀ ਹੰਗਤਾ ਮਮਤਾ ਖਤਮ ਹੋ ਜਾਂਦੀ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਬਾਣੀ ਦੇ ਵਿੱਚ ਇੱਕ ਬਚਨ ਕਰਦੇ ਨੇ, ਹੁਕਮ ਮੰਨਿਆ ਹੋਵੈ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਜਿਹੜੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਹੁਕਮ ਨੂੰ ਮੰਨਦੇ ਨੇ, ਉਸ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਨੂੰ ਸਮਝਦੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਹਨਾਂ ਦੇ ਉੱਪਰ ਅਤਿਅੰਤ ਬਖਸ਼ਿਸ਼ ਕਿਰਪਾ ਹੋ ਜਾਂਦੀ ਹੈ। ਤੇ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਦੇ ਕੇ ਵਾਰ-ਵਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਬਾਣੀ ਦੁਆਰਾ ਸਮਝਾਉਣਾ ਕਰਦੇ ਹਨ ਕਿ ਹੁਕਮੀ ਹੋਵਣ ਆਕਾਰ। ਇਹਦਾ ਦੂਸਰਾ ਅਰਥ ਇਹਦਾ ਇਸ ਤਰ੍ਹਾਂ ਵੀ ਮਹਾਂਪੁਰਖ ਵਿਦਵਾਨ ਕਰਦੇ ਹਨ ਜੀ, ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਕਹਿੰਦੇ ਜਿਹੜੇ ਜਗਿਆਸੂ ਜਨ ਸਤਿਗੁਰੂ ਦੇ ਹੁਕਮ ਨੂੰ ਮੰਨਦੇ ਨੇ, ਵਾਹਿਗੁਰੂ ਜੀ ਦੇ ਉਪਦੇਸ਼ ਗ੍ਰਹਿਣ ਕਰਦੇ ਨੇ, ਉਹ ਹੁਕਮੀ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਮੰਨਣ ਕਰਕੇ ਵਾਹਿਗੁਰੂ ਦਾ ਆਕਾਰ ਸਰੂਪ ਹੀ ਹੋਵਣ ਹੋ ਜਾਂਦੇ ਨੇ। ਸਰੀਰ ਦੇ ਹੁੰਦਿਆਂ ਹੋਇਆ ਪਰਮੇਸ਼ਰ ਦਾ ਸਰੂਪ ਇਉਂ ਬਣ ਜਾਂਦੇ ਨੇ, ਜਿਵੇਂ ਘੜਾ ਪਾਣੀ ਵਿੱਚ ਰੱਖ ਦਈਏ, ਇਉਂ ਸਰੀਰ ਦੇ ਹੁੰਦਿਆਂ ਹੋਇਆਂ ਹੁਕਮੀ ਵਾਹਿਗੁਰੂ ਦੇ ਵਿੱਚ ਅਭੇਦ ਰਹਿੰਦੇ ਹਨ। ਹਰ ਕਾ ਸੇਵਕ ਸੋ ਹਰ ਜੇਹਾ। ਸੋ ਇਸ ਪ੍ਰਕਾਰ ਜਿਵੇਂ ਘੜਾ ਭੰਨ ਕੇ ਪਾਣੀ ਵਿੱਚ ਪਾਣੀ ਮਿਲਾ ਦਈਏ, ਇਉਂ ਸਰੀਰ ਦੀ ਸਮਾਪਤੀ ਤੋਂ ਬ੍ਰਹਮ ਦੇ ਵਿੱਚ ਮਿਲ ਜਾਂਦੇ ਨੇ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨ। ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉਂ ਢੁਰ ਮਿਲਿਓ ਜੁਲਾਹੋ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਹੁਕਮ ਕਹਿਆ ਵੇਦਾਂ ਸ਼ਾਸਤਰਾਂ ਨੇ ਪਰਮੇਸ਼ਰ ਦਾ ਹੁਕਮ ਇਹ ਕਿਹਾ ਕਿ ਉਹ ਜਗਿਆਸੂ ਬ੍ਰਹਮ ਗਿਆਨੀ ਬਣ ਕੇ ਕਰਮਾਂ ਦੇ ਫਲਾਂ ਨੂੰ ਭੋਗਣ ਵਾਸਤੇ ਕਿਸੇ ਜੂਨ ਵਿੱਚ ਨਾ ਜਾਈ ਨਹੀਂ ਜਾਂਦੇ, ਸਦਾ ਅਵਨਾਸੀ ਪਦ ਨੂੰ ਪ੍ਰਾਪਤ ਕਰ ਲੈਂਦੇ ਹਨ। ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ। ਉਹਨਾਂ ਬ੍ਰਹਮ ਵੇਤਿਆਂ ਨੇ ਜਾਣਿਆ ਕਿ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣ ਕਰਕੇ ਹੀ ਜੀਵ ਚੇਤਨ ਦਾ ਰੂਪ ਹੋਵਣ ਹੁੰਦਾ ਹੈ। ਇਹ ਜਗਿਆਸੂ ਨੇ ਨਿਸ਼ਚੈ ਕੀਤਾ ਕਿ ਪਰਮੇਸ਼ਰ ਦਾ ਹੁਕਮ ਮੰਨਣ ਕਰਕੇ ਬ੍ਰਹਮ ਗਿਆਨ, ਬ੍ਰਹਮ ਦੀ ਵਡਿਆਈ ਮਿਲਦੀ ਹੈ। ਇਹ ਸਭ ਨਾਮ ਦਾ ਹੀ ਪ੍ਰਤਾਪ ਆ। ਸਤਿਗੁਰੂ ਜੀ ਕਹਿੰਦੇ ਤਿੰਨ ਮੁਖ ਟਿੱਕੇ ਨਿਕਲ ਹੈ, ਜਿਨ ਮਨ ਸੱਚਾ ਨਾਉ। ਵਡਿਆਈ ਉਹਨਾਂ ਦੀ ਹੁੰਦੀ ਹੈ ਜਿਹੜੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਹੁਕਮ ਨੂੰ ਮੰਨਦੇ ਨੇ, ਹੁਕਮ ਦੇ ਵਿੱਚ ਰਹਿੰਦੇ ਨੇ, ਰਜਾ ਦੇ ਵਿੱਚ ਚੱਲ ਕੇ ਆਪਣਾ ਜੀਵਨ ਬਤੀਤ ਕਰਦੇ ਹਨ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈ ਹੈ। ਪਰਮੇਸ਼ਰ ਦੇ ਹੁਕਮ ਅੰਦਰ ਹੀ ਨੀਚ ਪੁਰਸ਼ ਵੀ ਜਿਹੜੇ ਕਰਮਾਂ ਕਰਕੇ ਨੀਚ ਨੇ, ਉਹ ਉੱਤਮ ਪੁਰਖ ਬਣ ਜਾਂਦੇ ਨੇ। ਭਾਵ ਉਹਨਾਂ ਦੇ ਨੀਚ ਮੰਦ ਕਰਮ ਛੁੱਟ ਜਾਂਦੇ ਨੇ ਤੇ ਉੱਤਮ ਸਤ ਸੰਤੋਖ ਗੁਣ ਪ੍ਰਾਪਤ ਹੋ ਜਾਂਦੇ ਨੇ। ਜਿਨ੍ਹਾਂ ਦੇ ਕਰਮਾਂ ਵਿੱਚ ਦੁੱਖ ਪਾਉਣਾ ਲਿਖਿਆ ਹੋਵੇ, ਉਹ ਅਧਿਕਾਰੀ ਪ੍ਰੇਮੀ ਗੁਰਸਿੱਖ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਜੰਮਣ ਮਰਨ ਦੇ ਦੁੱਖ ਦੀ ਨਿਵਰਤੀ ਕਰਕੇ ਆਤਮ ਆਨੰਦ ਰੂਪੀ ਸੁੱਖ ਦੀ ਪ੍ਰਾਪਤੀ ਕਰ ਲੈਂਦੇ ਨੇ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈ ਹੈ। ਕਈ ਜਗਿਆਸੂਆਂ ਨੂੰ ਸਤਿਗੁਰੂ ਸਾਹਿਬ ਦੇ ਹੁਕਮ ਵਿੱਚ ਜਿਹੜੇ ਚੱਲਦੇ ਨੇ, ਉਹਨਾਂ ਨੂੰ ਬ੍ਰਹਮ ਵਿਦਿਆ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਇੱਕ ਅਧਿਕਾਰੀ ਗੁਰਮੁਖ ਜਨਾਂ ਨੂੰ ਹੁਕਮ ਦੇ ਵਿੱਚ ਲਾ ਕੇ ਉਹ ਵਾਹਿਗੁਰੂ ਜੀ ਹਮੇਸ਼ਾ ਪੰਜ ਵਿਰਤੀਆਂ
ਜਿਹੜੀਆਂ ਵਿਦਵਾਨਾਂ ਨੇ ਦੱਸੀਆਂ ਨੇ, ਪ੍ਰਮਾਣ, ਵਿਪਰਜੇ, ਨਿੰਦਰਾ, ਸਿਮਰਤੀ, ਵਿਕਲਪ ਨੂੰ ਵਿਸ਼ਿਆਂ ਵੱਲੋਂ ਭਵਾਈ ਹੈ, ਭਵਾ ਲੈਂਦੇ ਨੇ, ਅੰਤਰਮੁਖ ਬਿਰਤੀ ਕਰ ਲੈਂਦੇ ਨੇ, ਆਪਣੇ ਮਨ ਨੂੰ ਸੰਸਾਰ ਦੇ ਵੱਲੋਂ ਮੋੜ ਕੇ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਲਾ ਲੈਂਦੇ ਨੇ। ਮਨ ਸਾਈਂ ਮੁਖ ਉਚਰਾ ਵੱਤਾ ਹੱਬੇ ਲੋ, ਨਾਨਕ ਹੱਬ ਅਡੰਬਰ ਕੂੜਿਆ, ਸੁਣ ਜੀਵਾ ਸੱਚੀ ਸੋਏ। ਉਹ ਆਪਣੇ ਮਨ ਨੂੰ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਲਾ ਕੇ ਰੱਖਦੇ ਨੇ, ਉਹਨਾਂ ਦੀ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਪਾਵਨ ਬਾਣੀ ਵਿੱਚ ਵਚਨ ਕਰਦੇ ਨੇ, ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹਨਾਂ ਜਗਿਆਸੂਆਂ ਦੇ ਮਹਾਰਾਜ ਕਹਿੰਦੇ ਨੇ ਸਭ ਦਾ ਅਰਥ ਹੁੰਦਾ ਸਾਰੇ, ਕੋ ਦਾ ਅਰਥ ਹੁੰਦਾ ਕੋਈ ਭਾਵ, ਮਨ, ਇੰਦਰੇ, ਪ੍ਰਾਣ, ਬਿਰਤੀਆਂ ਹੁਕਮ ਦੇ ਵਿੱਚ ਚੱਲਦੇ ਨੇ। ਤੇ ਉਹਨਾਂ ਨੇ ਇਹ ਵੀ ਜਾਣ ਲਿਆ ਕਿ ਜਿੰਨਾ ਵੀ ਸਾਰਾ ਸੰਸਾਰ ਆ, ਇਹ ਸਭ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆ। ਤੇ ਉਹਨਾਂ ਜਗਿਆਸੂਆਂ ਦੇ ਹੁਕਮ ਤੋਂ ਬਾਹਰ ਕੋਈ ਇੰਦਰਾ ਹਰਿਆਏ ਪਸ਼ੂ ਦੇ ਵਾਂਗ ਅਮੋੜ ਨਹੀਂ ਚੱਲਦਾ। ਭਾਵ ਜਿਹੜੇ ਉਹਨਾਂ ਦੇ ਗਿਆਨ ਇੰਦਰੇ ਨੇ, ਕਰਮ ਇੰਦਰੇ ਨੇ, ਉਹ ਸਾਰੇ ਉਹਨਾਂ ਦੇ ਹੁਕਮ ਦੇ ਵਿੱਚ ਚੱਲਦੇ ਨੇ। ਤੇ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜਗਿਆਸੂ ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਅੰਦਰ ਜਿਨ੍ਹਾਂ ਦੇ ਜਗਿਆਸੂ ਤੋਂ ਅਰਥ ਹੁੰਦਾ ਜਗਿਆਸਾ ਰੱਖਣ ਵਾਲਾ, ਪਰਮਾਤਮਾ ਨੂੰ ਮਿਲਣ ਦੀ ਜਿਹਦੇ ਅੰਦਰ ਜਗਿਆਸਾ ਭਾਵ ਹੋਵੇ। ਤੇ ਉਹਨਾਂ ਦੇ ਜਿਹੜੇ ਇੰਦਰੇ ਹੁੰਦੇ ਨੇ ਉਹ ਆਪੋ ਧਾਪੀ ਨਹੀਂ ਹੁੰਦੇ, ਤੇ ਉਹ ਸਦਾ ਰਜਾ ਦੇ ਵਿੱਚ ਰਹਿੰਦੇ ਨੇ, ਹੁਕਮ ਦੇ ਵਿੱਚ ਰਹਿੰਦੇ ਹਨ। ਨਾਨਕ ਹੁਕਮ ਜੇ ਪੁੱਛੈ, ਤਾ ਹਉਮੈ ਕਹੈ ਨਾ ਕੋਏ। ਫਿਰ ਪ੍ਰਸ਼ਨ ਕੀਤਾ ਵੀ ਹੁਕਮ ਕੀ ਹੈ? ਤੇ ਸਤਿਗੁਰੂ ਜੀ ਉੱਤਰ ਦਿੰਦੇ ਨੇ, ਇੱਕ ਓੰਕਾਰ ਸਤਨਾਮ ਉਹਦਾ ਹੁਕਮ ਹੈ, ਪਰ ਉਸ ਵਾਹਿਗੁਰੂ ਤੇ ਕਿਸੇ ਦਾ ਹੁਕਮ ਨਹੀਂ ਹੈ। ਤੇ ਉਸ ਵਾਹਿਗੁਰੂ ਦੇ ਸਰੂਪ ਵਿੱਚ ਓੰਗ ਜਾਂ ਓੰਕਾਰ ਆਦਿਕ ਸ਼ਬਦ ਵੀ ਕਲਪਤ ਨੇ। ਆਪ ਉਹ ਸੁੱਧ ਬ੍ਰਹਮ ਓੰਕਾਰ ਆਦਿ, ਭਾਵ ਓੰਕਾਰ ਦਾ ਵੀ ਆਦਿ ਬ੍ਰਹਮ ਹੈ। ਜੇ ਉਸ ਬ੍ਰਹਮ ਦੇ ਵਿੱਚ ਓੰਕਾਰ ਕਲਪਿਤ ਰੂਪ ਕਰਕੇ ਜਾਣ ਲਵੇ ਤਾਂ ਹੰਗਤਾ ਮਮਤਾ ਕੋਈ ਨਹੀਂ ਰਹਿੰਦੀ, ਫਿਰ ਬ੍ਰਹਮ ਰੂਪ ਹੋ ਜਾਂਦਾ ਹੈ। ਬ੍ਰਹਮ ਰੂਪ ਹੋਣੇ ਤੇ ਹੀ ਉਹਦੀ ਕੋਈ ਹੰਗਤਾ ਮਮਤਾ ਨਹੀਂ ਰਹਿੰਦੀ। ਹੰਗਤਾ ਤੋਂ ਭਾਵ ਹੰਕਾਰ ਵਾਲੀ ਵਿਰਤੀ ਨਹੀਂ ਰਹਿੰਦੀ। ਇਸ ਕਰਕੇ ਜਗਿਆਸੂ ਜਿਹੜਾ ਹੁੰਦਾ ਹੈ ਤੇ ਗੁਰਮੁਖ ਪਿਆਰਿਓ, ਉਹ ਨਿਹਾਲ ਹੋ ਜਾਂਦਾ ਹੈ। ਦੂਸਰੀ ਪੌੜੀ ਦੇ ਵਿੱਚ ਇਹ ਦੱਸਿਆ ਕਿ ਵਾਹਿਗੁਰੂ ਦਾ ਹੁਕਮ ਕਥਨ ਨਹੀਂ ਕੀਤਾ ਜਾ ਸਕਦਾ। ਜਿੰਨੇ ਉੱਚੇ ਨੀਵੇਂ ਆਕਾਰ ਨੇ ਸਾਰੇ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਹੀ ਰੱਖੇ ਹੋਏ ਨੇ। ਤੋ ਲਿਖੇ ਹੁਕਮ ਅਨੁਸਾਰ ਦੁੱਖ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇੱਕ ਸਰਦਾ ਭਾਵਨਾ ਵਾਲੇ ਬਖਸ਼ੇ ਜਾਂਦੇ ਨੇ, ਇੱਕ ਮਨਮੁਖ ਜਿਹੜੇ ਹੁੰਦੇ ਨੇ ਹੁਕਮ ਅਨੁਸਾਰ ਜੂਨਾਂ ਦੇ ਵਿੱਚ ਤੁਰੇ ਫਿਰਦੇ ਨੇ। ਤੇ ਸਭ ਕੋਈ ਪਰਮੇਸ਼ਰ ਦੇ ਹੁਕਮ ਵਿੱਚ ਹੈ, ਕੋਈ ਵੀ ਉਸ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਹੈ। ਤੇ ਜਿਹੜੇ ਹੁਕਮ ਨੂੰ ਸਮਝਦੇ ਨੇ ਤੇ ਉਹਨਾਂ ਦੇ ਅੰਦਰੋਂ ਹੰਗਤਾ ਮਮਤਾ ਹੰਕਾਰ ਦੇ ਬਚਨ ਫਿਰ ਨਹੀਂ ਰਹਿੰਦੇ, ਤੇ ਹਉਮੈ ਤੋਂ ਰਹਿਤ ਹੋ ਕੇ ਫਿਰ ਉਹ ਮੁਕਤ ਹੋ ਜਾਂਦੇ ਨੇ। ਸੋ ਆਪਾਂ ਨੂੰ ਵੀ ਸਾਰਿਆਂ ਨੂੰ ਉਸ ਵਾਹਿਗੁਰੂ ਦਾ ਹੁਕਮ ਮੰਨ ਕੇ ਅੰਦਰੋਂ ਹੰਕਾਰ, ਚੁਗਲੀ, ਨਿੰਦਿਆ, ਈਰਖਾ ਇਹਨੂੰ ਛੱਡ ਕੇ ਮੁਕਤ ਹੋਣਾ ਚਾਹੀਦਾ ਹੈ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਮਹਾਰਾਜ, ਸਤਿਗੁਰੂ ਦੀ ਸੰਗਤ ਮਾਫੀ ਬਖਸ਼ ਕਰਨ। ਸਾਰੀਆਂ ਸੰਗਤਾਂ ਦਾ ਧੰਨਵਾਦ। ਸੋ ਆਓ, ਸਮਾਂ ਹੋ ਗਿਆ ਹੈ, ਹੁਣ ਸਮਾਪਤੀ ਕਰੀਏ। ਇਹ ਉਪਦੇਸ਼ ਆਪਣੇ ਹਿਰਦਿਆਂ ਦੇ ਵਿੱਚ ਵਸ ਜਾਵੇ ਤੇ ਆਪਣਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਵੇ। ਵਿਚਾਰਾਂ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਆਓ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ
ਨਾਨਕ ਹੁਕਮੈ ਜੇ ਪੁੱਛੈ ਤਾਹੁ ਮੈਂ ਕਹੈ ਨ ਕੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।